ਪ੍ਰੋਬੇਬਲੀ ਕਵਰ ਕਰ ਦਾਂਗੇ। ਚਲੋ ਮੈਨੂੰ ਦੱਸ ਦਿਓ ਜੀ, ਸਟਾर्ट कर दिए। चलो जी सर पंजाब पुलिस ने सैटरडे ਨੂੰ 18 ਮਾਰਚ ਨੂੰ ਇੱਕ ਮੈਸਿਵ ਬ੍ਰੇਕਡਾਊਨ ਕੀਤਾ ਸੀਗਾ, ਜਿਹਦੇ ਚ ਕਾਰਡਨ ਸਰਚ ਆਪਰੇਸ਼ਨ ਚਲਾਇਆ ਸੀਗਾ। ਪੰਜਾਬ ਦੇ ਵਿੱਚ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਆ ਉਹਨਾਂ ਦੇ ਖਿਲਾਫ ਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ। तो सब तो पहला तो मैं सारिਆਂ सिटीजनस ਨੂੰ पंजाब के ਜਿਹੜੇ ਵਸਨੀਕ ਆ ਉਹਨਾਂ ਨੂੰ रिक्वेस्ट करूँगा कि किसी भी तरह की फेक न्यूज़ ਤੇ ਰਿਊਮਰ ਤੇ ध्यान ना दो, क्योंकि बहुत सारे लोग बहुत सारिया फेक न्यूज़ ਰਿਊਮਰ ਜਿਹੜੇ ਨੇ फैलाउण की कोशिश कर रहे हैं। इस तरह ही मीडिया परसनस ਨੂੰ सोशल मीडिया प्लेटफॉर्म्स ਨੂੰ ਉਹਨਾਂ ਨੂੰ भी मैं रिक्वेस्ट करूँगा कि हर न्यूज़ ਜਿਹੜੀ भी ਤੁਹਾਡੇ ਕੋਲੇ ਆਉਂਦੀ ਹੈ ਉਹਨੂੰ थोड़े फैक्ट्स चेक करके प्रॉपर सोर्सिस तो फिर ही न्यूज़ ਨੂੰ ਜਿਹੜਾ ਉਹ प्ले किया जाए, बिना फैक्ट्स ਨੂੰ चैक किए हुए बिल्कुल प्ले ना किया जाए। नाल दी नाल पंजाब पुलिस वालों बड़ी सख्त मैं वार्निंग देना चाहूँगा ਜਿਹੜੇ ਮਿਸਚੀਵੀਅਸ ਐਲੀਮੈਂਟਸ ਆ ਜਿਹੜੇ ਸਟੇਟ ਦੀ ਪੀਸ ਤੇ ਹਾਰਮਨੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਕਿ ਉਹਨਾਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਜਿਹੜਾ ਉਹ ਲਿਆ ਜਾਏਗਾ। ਇਸੇ ਤਰ੍ਹਾਂ ਹਰ ਸ਼ਹਿਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚਿਸ ਚੱਲ ਰਹੇ ਆ, ਜਿਹਦੇ ਵਿੱਚ ਪੰਜਾਬ ਪੁਲਿਸ ਪੈਰਾਮਿਲਟਰੀ ਫੋਰਸਿਸ ਮਿਲ ਕੇ ਫਲੈਗ ਮਾਰਚਿਸ ਕਰ ਰਹੇ ਆ। ਪੀਸ ਕਮੇਟੀ ਦੀਆਂ ਮੀਟਿੰਗਸ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਡਿਸਟ੍ਰਿਕਟ ਦੇ ਵਿੱਚ ਕੰਡਕਟ ਕੀਤੀਆਂ ਗਈਆਂ ਵਾ ਤੇ ਸਾਰਿਆਂ ਨੂੰ ਮੈਂ ਅਪੀਲ ਕਰਨਾ ਚਾਹੂੰਗਾ ਕਿ ਪੰਜਾਬ ਦੀ ਜਿਹੜੀ ਪੀਸ ਤੇ ਹਾਰਮਨੀ ਆ ਉਹਨੂੰ ਮੇਨਟੇਨ ਕੀਤਾ ਜਾਵੇ। ਸਟੇਟ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਆ, ਸਥਿਤੀ ਬਿਲਕੁਲ ਜਿਹੜੀ ਆ ਸਟੇਬਲ ਆ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਅ ਐਂਡ ਆਰਡਰ ਦੀ ਸਮੱਸਿਆ ਸਟੇਟ ਦੇ ਵਿੱਚ ਨਹੀਂ ਹੈਗੀ। ਜਿਹੜਾ ਇਹ ਪਾਰਟਿਕੂਲਰ ਐਕਸ਼ਨ ਲਿਆ ਗਿਆ ਵਾ ਉਹਦੇ ਵਿੱਚ ਵਾਰਿਸ ਪੰਜਾਬ ਦੇ ਜਿਹੜੇ ਹੈਗੇ ਨੇ ਕੁਝ ਐਲੀਮੈਂਟਸ ਆ ਜਿਨ੍ਹਾਂ ਦੇ ਖਿਲਾਫ 6 ਕ੍ਰਿਮੀਨਲ ਕੇਸ ਹੁਣ ਤੱਕ ਦਰਜ ਕੀਤੇ ਗਏ ਆ, ਜਿਹਦੇ ਵਿੱਚ ਜਿਹੜੇ ਡਿਸਹਾਰਮਨੀ ਫੈਲਾਉਣ ਵਾਸਤੇ ਅਟੈਂਪਟ ਟੂ ਮਰਡਰ ਦੇ ਕੇਸ, ਪੁਲਿਸ ਪਰਸਨਲ ਤੇ ਅਟੈਕ ਤੇ ਪੁਲਿਸ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਕੇ obstruction ਪੈਦਾ ਕਰਨ ਦੇ ਪਰਚੇ ਦਰਜ ਕੀਤੇ ਗਏ, ਜਿਹਦੇ ਵਿੱਚ FIR ਨੰਬਰ 29 ਪਹਿਲਾਂ ਦਰਜ ਹੋਈ ਸੀਗੀ 16 ਫਰਵਰੀ 2023 ਨੂੰ, ਜਿਹਦੇ ਵਿੱਚ 365, 323, 506, 379 B, 148, 149 IPC ਸੈਕਸ਼ਨ ਲੱਗੇ ਸੀਗੇ। FIR ਨੰਬਰ 39 ਦਰਜ ਕੀਤੀ ਗਈ ਹੈ 24 ਫਰਵਰੀ 2023 ਨੂੰ ਅਜਨਾਲਾ ਪੁਲਿਸ ਸਟੇਸ਼ਨ 'ਚ, ਜਿਹਦੇ ਵਿੱਚ 307, 353, 186, 332, 506, 120 B ਔਰ 148, 149 IPC ਦੇ ਸੈਕਸ਼ਨ ਲੱਗੇ। ਇਸੇ ਤਰ੍ਹਾਂ ਜਿਹੜਾ ਡਿਸਫੈਕਸ਼ਨ ਤੇ ਸੁਸਾਇਟੀ ਦੇ ਵਿੱਚ ਜਿਹੜੀ ਦਰਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ FIR ਨੰਬਰ 54 22 ਫਰਵਰੀ 2023 ਦੀ B ਡਿਵੀਜ਼ਨ ਅੰਮ੍ਰਿਤਸਰ 'ਚ ਦਰਜ ਕੀਤੀ ਗਈ। FIR ਨੰਬਰ 34 24 ਫਰਵਰੀ 2023 ਨੂੰ ਬਾਘਾ ਪੁਰਾਣਾ ਦੇ ਵਿੱਚ ਦਰਜ ਕੀਤੀ ਗਈ। ਇਹਨਾਂ ਦੋਨਾਂ FIRs ਦੇ ਵਿੱਚ 153A ਤੇ 506 ਜਿਹੜੇ ਕਾਮਨ ਸੈਕਸ਼ਨ ਆ ਜਿਹੜੇ ਲੱਗੇ ਹੋਏ ਆ। FIR ਨੰਬਰ 26 18 ਮਾਰਚ ਨੂੰ ਦਰਜ ਕੀਤੀ ਗਈ ਖਲਚੀਆਂ ਦੇ ਵਿੱਚ, ਜਿਹਦੇ 'ਚ 279 336 353 186 ਇਹ ਉਹ ਸੈਕਸ਼ਨ ਆ ਜਿਹੜੇ ਕਿ ਕਿਸੇ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕਰਨਾ ਪਬਲਿਕ ਸਰਵੈਂਟ ਨੂੰ ਤੇ ਪਬਲਿਕ ਸਰਵੈਂਟ ਦੇ ਅਗੇਂਸਟ ਉਹਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਨਾ। FIR ਨੰਬਰ 27 ਦਰਜ ਕੀਤੀ ਗਈ ਮਹਿਤਪੁਰ ਥਾਣੇ 'ਚ, ਜਿਹਦੇ 'ਚ 279 ਤੇ 25 ਆਰਮਡ ਐਕਟ ਲੱਗਿਆ। ਸੋ 6 FIR ਹੁਣ ਤੱਕ ਜਿਹੜੀ ਆ ਵਾਰਿਸ ਪੰਜਾਬ ਦੇ ਐਲੀਮੈਂਟਸ ਦੇ ਖਿਲਾਫ ਦਰਜ ਕੀਤੀਆਂ ਗਈਆਂ। ਇਹਦੇ ਵਿੱਚ ਜਿਹੜਾ ਮੁੱਖ ਸਰਗਨਾ ਸੀ ਅੰਮ੍ਰਿਤਪਾਲ ਸਿੰਘ, ਉਹ ਅਜੇ ਫਰਾਰ ਆ, ਉਹਨੂੰ ਫੜਨ ਵਾਸਤੇ ਐਫਰਟ ਪੁਲਿਸ ਵੱਲੋਂ ਕੀਤੇ ਜਾ ਰਹੇ ਆ। ਬਹੁਤ ਸਾਰੀਆਂ ਕਈ ਰਿਊਮਰਸ ਫੈਲਾ ਰਹੇ ਆ। ਮੈਂ ਤਦੇ ਸਾਰਿਆਂ ਨੂੰ ਦੁਬਾਰਾ ਬੇਨਤੀ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਦੇਣ ਤੋਂ ਪਹਿਲਾਂ ਉਹਦੇ ਪ੍ਰੋਪਰ ਫੈਕਟਸ ਚੈੱਕ ਕਰ ਲਏ ਜਾਣ। ਸੋ ਪੰਜਾਬ ਪੁਲਿਸ ਬਹੁਤ ਸਪਸ਼ਟ ਹੈ ਕਿ ਅਜੇ ਅਰੈਸਟ ਨਹੀਂ ਹੋਇਆ ਔਰ ਅਰੈਸਟ ਕਰਨ ਦੇ ਜਿਹੜੇ ਯਤਨ ਆ ਭਰਪੂਰ ਪੂਰੀ ਸਟੇਟ ਦੇ ਵਿੱਚ ਤੇ ਬਾਕੀ ਜਗ੍ਹਾ ਦੇ ਉੱਤੇ ਸਾਡੇ ਜਾਰੀ ਹੈ। ਇਹਦੇ ਵਿੱਚ ਹੁਣ ਤੱਕ 114 ਜਿਹੜੇ ਐਲੀਮੈਂਟਸ ਆ ਜਿਨ੍ਹਾਂ ਨੇ ਪੀਸ ਤੇ ਹਾਰਮਨੀ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ, ਉਹਨਾਂ ਨੂੰ ਅਰੈਸਟ ਕੀਤਾ ਗਿਆ, ਜਿਹਦੇ ਵਿੱਚ 78 ਬੰਦੇ ਡੇ 1 ਤੇ ਕੀਤੇ ਗਏ ਸੀ, 34 ਡੇ 2 ਤੇ 2 ਜਿਹੜੇ ਨੇ ਉਹ ਕੱਲ ਰਾਤ ਹੋਰ ਜਿਹੜੇ ਗ੍ਰਿਫਤਾਰ ਕੀਤੇ ਗਏ। ਹੁਣ ਤੱਕ 10 ਵੈਪਨ ਜਿਹੜੇ ਨੇ ਰਿਕਵਰ ਕੀਤੇ ਜਾ ਚੁੱਕੇ ਆ, ਜਿਹਦੇ ਵਿੱਚ 9 ਰਾਈਫਲਸ ਨੇ, 7 12 ਬੋਰ ਦੀਆਂ ਰਾਈਫਲਸ ਨੇ, 2 315 ਬੋਰ ਦੀਆਂ ਰਾਈਫਲਸ ਨੇ, 1 ਰਿਵਾਲਵਰ ਆ 32 ਬੋਰ ਦਾ ਔਰ 430 ਜਿਹੜੇ ਨੇ ਕਾਰਟ੍ਰਿਜਸ ਹੁਣ ਤੱਕ ਰਿਕਵਰ ਕੀਤੇ ਗਏ। 4 ਵਹੀਕਲਸ ਪੁਲਿਸ ਨੇ ਕਬਜ਼ੇ 'ਚ ਲਏ ਆ, ਜਿਹਦੇ ਵਿੱਚ ਇੱਕ ਮਰਸਡੀਜ਼ ਕਾਰ ਆ, 2 ਐਂਡੈਵਰ ਨੇ, ਇੱਕ ਇਸੂਜੂ ਵਹੀਕਲ ਆ,
ਇਹ ਜਿਹੜਾ ਇਸੂਜੂ ਵਹੀਕਲ ਆ ਇਹ ਅਬੈਂਡਨਡ ਮਿਲਿਆ ਸੀਗਾ, ਜਿਹੜਾ ਕਿ ਸਲੀਨਾ ਪਿੰਡ ਦੇ ਲਾਗੋਂ ਰਿਕਵਰ ਕੀਤਾ ਗਿਆ ਹੈ। ਇਹਦਾ ਜਿਹੜਾ ਓਨਰ ਆ ਉਹ ਇੱਕ ਮਨਪ੍ਰੀਤ ਸਿੰਘ ਨਾਮ ਦਾ ਬੰਦਾ ਹੈ, ਜਿਹੜਾ ਕਿ ਅਨੋਖਰਵਾਲ ਪਿੰਡ ਦਾ ਰਹਿਣ ਵਾਲਾ ਹੈ। ਉਹਨੂੰ ਵੀ 114 ਜਿਹੜੇ ਬੰਦੇ ਅਰੈਸਟ ਕੀਤੇ ਗਏ, ਉਸ ਕੇਸ 'ਤੇ ਆਲਰੇਡੀ ਅਰੈਸਟ ਹੋਇਆ ਹੋਇਆ ਹੈ। ਔਰ ਇਸ ਗੱਡੀ ਦੇ ਵਿੱਚੋਂ ਇੱਕ 315 ਬੋਰ ਦੀ ਰਾਈਫਲ, ਇੱਕ ਸਵਾਰਡ, ਇੱਕ ਵਾਕੀ ਟਾਕੀ ਸੈੱਟ ਜਿਹੜਾ ਮਿਲਿਆ ਸੀਗਾ, ਜਿਹੜਾ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਵਾ। ਇਸ ਤੋਂ ਇਲਾਵਾ ਇਹ ਜਿਹੜੇ ਜਿੰਨੇ ਵੀ ਐਲੀਮੈਂਟਸ ਆਪਾਂ ਅਰੈਸਟ ਕੀਤੇ ਆ, ਇਹਨਾਂ ਦੀ ਹੋਰ ਡੂੰਘਾਈ ਦੇ ਨਾਲ ਤਫਤੀਸ਼ ਚੱਲ ਰਹੀ ਆ। ISI ਦਾ ਜਿਹੜਾ ਐਂਗਲ ਆ, ਸਾਨੂੰ ਬਹੁਤ ਸਟਰੋਂਗ ਸਸਪੀਸ਼ਨ ਆ ਹੁਣ ਤੱਕ ਜਿਹੜੇ ਤੱਥ ਸਾਹਮਣੇ ਆਏ ਆ, ਜਿਹੜੇ ਸਰਕਮਸਟੈਂਸਿਸ ਸਾਹਮਣੇ ਆਏ ਆ। ਔਰ ਫੋਰਨ ਫੰਡਿੰਗ ਦਾ ਵੀ ਬੜਾ ਸਟਰੋਂਗ ਸਸਪੀਸ਼ਨ ਹੈ ਇਹਦੇ ਵਿੱਚ। ਔਰ ਇਹਨਾਂ ਦੀਆਂ ਐਕਟੀਵਿਟੀਜ਼, ਇਹਨਾਂ ਦੇ ਜਿਹੜੇ ਸਾਰੇ ਹਾਲਾਤ ਆ, ਉੱਥੋਂ ਇਹ ਸਾਰਾ ਲੱਗ ਰਿਹਾ ਹੈ ਕਿ ਵੀ ISI ਵੀ ਇਨਵੋਲਡ ਆ, ਪਲੱਸ ਇਹਨਾਂ ਦੀ ਫੰਡਿੰਗ ਜਿਹੜੀ ਆ ਫੋਰਨ ਤੋਂ ਵੀ ਹੋ ਰਹੀ ਸੀਗੀ। ਇੱਕ ਇਹਨਾਂ ਦੇ ਵਿੱਚ ਹੋਰ ਜਿਹੜਾ ਤੱਥ ਸਾਹਮਣੇ ਆਇਆ ਹੈ ਕਿ ਇੱਕ AKF ਜਿਹੜਾ ਹੈ ਉਹ ਜਿਹੜੀਆਂ ਬੁਲੇਟ ਪ੍ਰੂਫ ਜੈਕਟਸ ਕਵਰ ਕੀਤੀਆਂ, ਜਿਹੜੀਆਂ ਰਾਈਫਲਸ ਕਵਰ ਕੀਤੀਆਂ ਹੈ। ਔਰ ਜਿਹੜਾ ਇਹਨਾਂ ਦੇ ਮੁੱਖ ਸਰਗਨਾ ਜਿਹੜੇ ਉਹਦੇ ਗੇਟ ਦੇ ਉੱਤੇ ਵੀ AKF ਲਿਖਿਆ ਸੀਗਾ, ਉਹ ਆਨੰਦਪੁਰ ਖਾਲਸਾ ਫੌਜ ਜਿਹੜਾ ਹੈ ਉਹ ਇੱਕ ਜਥੇਬੰਦੀ ਜਿਹੜੀ ਸੀਗੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ ਵਿੱਚ ਜਿਹੜੇ ਕਲੋਜ਼ ਆਰਮਡ ਐਸੋਸੀਏਟ ਸੀਗੇ ਉਹਨਾਂ ਦੇ ਕੋਲੇ ਜਿਹੜੇ ਇਕਵਿਪਮੈਂਟ ਸੀਗੇ ਉਹਨਾਂ ਦੇ ਉੱਤੇ ਇਹ ਜਿਹੜਾ AKF ਵਰਡ ਲਿਖਿਆ ਹੋਇਆ ਸੀਗਾ। 4 ਜਿਹੜੇ ਡੈਟੀਨਿਊਜ਼ ਆ ਜਿਨ੍ਹਾਂ ਨੂੰ ਅਸੀਂ ਕਰਕੇ ਕਸਟਡੀ 'ਚ ਲੈ ਕੇ ਉਹਨਾਂ ਨੂੰ ਦਿਬਰੂਗੜ੍ਹ ਅਸਾਮ ਭੇਜਿਆ ਗਿਆ ਵਾ, ਜਿਹਦੇ ਵਿੱਚ ਦਲਜੀਤ ਕਲਸੀ ਆ, ਇੱਕ ਬਸੰਤ ਸਿੰਘ ਆ ਜਿਹੜਾ ਕਿ ਦੌਲਤਪੁਰਾ ਦਾ ਰਹਿਣ ਵਾਲਾ ਵਾ, ਇੱਕ ਗੁਰਮੀਤ ਸਿੰਘ ਬੁੱਕਨਵਾਲਾ ਤੇ ਭਗਵੰਤ ਸਿੰਘ ਪ੍ਰਧਾਨ ਮੰਤਰੀ। ਇੱਕ ਹੋਰ ਡੈਟੀਨਿਊ ਆ ਹਰਜੀਤ ਸਿੰਘ ਜਿਹੜਾ ਕਿ ਅੰਮ੍ਰਿਤਪਾਲ ਸਿੰਘ ਦਾ ਚਾਚਾ, ਜਿਹੜਾ ਔਨ ਦੀ ਵੇ ਆ ਡਿਬਰੂਗੜ੍ਹ, ਉਹਨੂੰ ਲੈ ਕੇ ਜਾਇਆ ਜਾ ਰਿਹਾ ਵਾ। ਸੋ ਸਾਰੇ ਤੱਥ ਜਿਹੜੇ ਆ ਇਹਨਾਂ ਦੀ ਜਿਹੜੀ ਫੰਡਿੰਗ ਆ ਹੁਣ ਤੱਕ ਕਿ ਹਵਾਲਾ ਦੇ ਥਰੂ ਤੇ ਫੋਰਨ ਫੰਡਿੰਗ ਜਿਹੜੀ ਆ ਮੇਨ ਸੋਰਸ ਸੀਗਾ। ਫੰਡਿੰਗ ਜਿਹੜੀ ਇਹਨੇ ਛੋਟੇ ਅਮਾਉਂਟ ਦੇ ਵਿੱਚ ਇਹਨਾਂ ਨੂੰ ਆਉਂਦੀ ਸੀਗੀ, ਥੋੜੀ ਕਰਕੇ ਕਿ ਜਿਹੜੀ, ਔਰ ਜਦੋਂ ਇੱਕ ਵਹੀਰ ਜਿਹੜੀ ਚੱਲੀ ਸੀਗੀ ਉਹਦੇ ਵਿੱਚ ਵੀ ਕਾਫੀ ਜਿਹੜੇ ਫੰਡਸ ਨੇ ਕਲੈਕਟ ਹੋਏ ਨੇ। ਸੋ ਇਹ ਸਾਰੇ ਤੱਥ ਜਿਹੜੇ ਨੇ ਇਹਦੇ ਤੇ ਤਫਤੀਸ਼ ਚੱਲ ਰਹੀ ਆ। ਪੁਲਿਸ ਪੂਰੀ ਤਰ੍ਹਾਂ ਵਚਨਬੱਧ ਆ ਪੰਜਾਬ ਦੇ ਵਿੱਚ ਸਿਕਿਉਰਿਟੀ ਮੇਨਟੇਨ ਕਰਨ ਵਾਸਤੇ, ਪੀਸ ਹਾਰਮਨੀ ਮੇਨਟੇਨ ਕਰਨ ਵਾਸਤੇ। ਔਰ ਸਾਰਿਆਂ ਨੂੰ ਮੈਂ ਦੁਬਾਰਾ ਦੱਸਣਾ ਚਾਹੂੰਗਾ, ਬਹੁਤ ਸਾਰੀਆਂ ਕੁਐਰੀਜ਼ ਆ ਲੋਕਾਂ ਦੀਆਂ, ਬਾਹਰੋਂ ਵੀ ਦੂਸਰੀਆਂ ਸਟੇਟਸ ਤੋਂ ਵੀ। ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਸ਼ਾਂਤੀ ਆ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਹੌਲ ਇੱਥੇ ਖਰਾਬ ਨਹੀਂ ਹੈਗਾ ਪੰਜਾਬ ਦੇ ਵਿੱਚ। थैंक यू। मैं एक सेकंड हिंदी में पंजाब पुलिस ने सैटरडे को एक कॉर्डन एंड सर्च ऑपरेशन चलवाया था बहुत बड़े लेवल पे, जिसमें जो एलिमेंट्स पंजाब का माहौल खराब करने की कोशिश कर रहे थे उनके अगेंस्ट कार्रवाई की है। सबसे पहले मैं सारे सिटीजन्स को रिक्वेस्ट करूंगा कि किसी भी तरह की कोई फेक न्यूज़, र्यूमर्स उस पर बिलीव ना करें, फैक्ट्स पहले चेक कर लें। इसी तरह से मैं बाकी जो मीडिया पर्सन्स हैं, सोशल मीडिया प्लेटफॉर्म हैं, जो उनको रिक्वेस्ट करना चाहूँगा कि कोई भी न्यूज़ देने से पहले पुलिस से एक बार उसकी फैक्ट चेक करके ऑथेंटिसिटी उसकी चेक कर लें। उसको तुरंत न्यूज़ को विदाउट ऑथेंटिसिटी न्यूज़ को पब्लिक फोरम पे मत डाला जाए। मिस्चीवियस एलिमेंट्स जो पंजाब का माहौल ख़राब करने की कोशिश कर रहे हैं उनको बहुत सख्त चेतावनी पंजाब पुलिस की तरफ से है। किसी को पंजाब का माहौल ख़राब करने बिल्कुल नहीं दिया जाएगा। पंजाब में इस टाइम सारे डिस्ट्रिक्ट्स में फ्लैग मार्चेस किए जा रहे हैं, SSPs की तरफ से, CPs की तरफ से, पैरामिलिट्री फोर्सेस के साथ कोऑर्डिनेशन करके पीस कमेटीज़ हमने सारे डिस्ट्रिक्ट्स में बनाई हुई हैं, जो पीस कमेटीज़ की मीटिंग्स चल रही हैं। और स्टेट में जो पब्लिक ऑर्डर है, जो लॉ एंड ऑर्डर है, पूरी तरह से मेंटेन्ड है। पंजाब में बिल्कुल स्टेबल है पंजाब, और बिल्कुल शांति है पूरी स्टेट में। अभी तक WPD जो वारिस पंजाब के जो हैं एलिमेंट्स हैं, इनके खिलाफ 6 केसेस रजिस्टर किए गए हैं, जिसमें इन केसेस में जो मेन सेक्शंस हैं वो डिसहार्मनी अमंग क्लासेस, अटेम्प्ट टू मर्डर के, पुलिस पर्सनल पे अटैक और पुलिस पर्सनल के काम में ऑब्स्ट्रक्शन करने के सेक्शन लगाए गए हैं। FIR नंबर 29 है जो 16 फरवरी की है, अजनाला में रजिस्टर की है, जिसमें 365, 323, 506, 148, 149 और बाकी सेक्शंस लगे हुए हैं। 39 नंबर FIR जो अजनाला पुलिस स्टेशन पे अटैक किया गया था 24 फरवरी की, वो रजिस्टर की गई है, जिसमें 307, 353, 186, 332, 333, 506, 120B, 427, 148, 149 IPC के सेक्शंस लगे हुए हैं। 2 FIR हैं जो डिसहार्मनी फैलाने के जुर्म में रजिस्टर की गई है, जिसमें FIR 54,
जो 22 फरवरी की है पुलिस स्टेशन बी डिवीज़न अमृतसर की, और एक FIR 34 वो भी 22 फरवरी की है पुलिस स्टेशन बागा पुराना की। 26 नंबर FIR पुलिस स्टेशन कलचिया में दर्ज की गई है, जिसमें 279, 336, 353, 186, इसमें भी पुलिस के काम में दखलंदाजी, ऑब्स्ट्रक्शन, पुलिस को इंजरी के सेक्शंस लगे हुए हैं। FIR नंबर 24 19 जो मार्च की है, इसमें महतपुर में रजिस्टर की गई है, जिसमें 279 और 25 आर्म्स एक्ट के सेक्शन लगाए गए हैं। अमृतपाल सिंह अभी फरार है, पुलिस को वांटेड है, पूरी हमारी टीम्स जो हैं वो एफर्ट्स कर रही हैं उसको अरेस्ट करने की। अब तक 114 लोग हैं जिनके खिलाफ जिनको कस्टडी में लिया गया है, जिसमें 78 लोग पहले दिन, 34 दूसरे दिन और 2 लोग जो हैं तीसरे दिन कस्टडी में लिए गए हैं। इन सब पे एलिगेशन है डिस्टर्बिंग पीस इन स्टेट, दे हैव बीन टेकन इनटू कस्टडी प्रिवेंटिव सेक्शंस में, और बाकी जो केसेस हैं उनमें इनकी जो नॉमिनेशन है एविडेंस बेस्ड इन्वेस्टिगेट करके फर्दर उसको नॉमिनेट किया जाएगा। अब तक 10 वेपन रिकवर किए हैं, जिसमें 9 राइफल्स हैं, 1 रिवॉल्वर है, जिसमें 7 12 बोर की राइफल हैं, 2 315 बोर की राइफल है, 1 32 बोर का रिवॉल्वर है और 430 जो है लाइव कार्ट्रिजेस मिले हैं। 4 व्हीकल कन्फिस्केट किए हैं, जिसमें एक मर्सिडीज कार है, 2 एंडेवर्स हैं और एक ISU ZU जो सूजू व्हीकल है। इस व्हीकल में जब ये अबेंडन मिला था, इसमें से एक 315 बोर की राइफल, स्वॉर्ड, वॉकी टॉकी सेट इसमें से मिले हैं, जिसको फर्दर हम इन्वेस्टिगेट कर रहे हैं। इस केस में, इस पूरे एपिसोड में जो जितने भी इसमें बैड एलिमेंट्स इन्वॉल्व हैं, उसमें हम ISI का एंगल, उनकी फॉरेन फंडिंग, हमें सस्पिशन है कि इसमें ISI का एंगल भी है, फॉरेन फंडिंग भी है, उस पर फर्दर इन्वेस्टिगेशन हमारी चल रही है। एक और इसमें जो सामने आई है चीज़ के AKF, उसके जो गेट पे भी लिखा हुआ था, बहुत सारी राइफल्स, BP जैकेट्स जो रिकवर हुई हैं उस पर भी AKZ लिखा हुआ, AKF लिखा हुआ है, जो कि अनंतपुर खालसा फौज है। जो प्रिलिमिनरी इन्वेस्टिगेशन में यह है कि जो इसके क्लोज एसोसिएट थे, जिनके पास वेपन्स थे, उनको ये नाम दिया गया था, उनके पास राइफल्स, बुलेट प्रूफ जैकेट्स पे भी AKF लिखा हुआ है। 4 डेटिन्यूज हैं जिनको अभी डिब्रूगढ़ जो वो ट्रांसफ़र किया गया है, जिसमें दिलजीत कलसी है, एक बसंत सिंह है, एक गुरमीत सिंह बुकनवाला और भगवंत सिंह प्रधानमंत्री है। एक और डेटिन्यू हरजीत सिंह है जो ऑन दी वे है टू डिब्रूगढ़। और इसमें जो पूरे इनकी पूरी जो संस्था है, इसके सोर्सेज हम चेक कर रहे हैं, लेकिन मेजॉरिटी जो है अब तक आया है कि हवाला, फॉरेन फंडिंग स्मॉल अमाउंट्स में इनके अकाउंट्स में आई है, उसको अभी और चेक किया जा रहा है। व्हीकल्स की जो व्हीकल्स इनसे मिले हैं उसका भी सोर्सेज हम चेक कर रहे हैं कि उसके फंडिंग के सोर्सेज कहाँ से आए, क्योंकि जिन लोगों के नाम पे अभी तक ये सामने आ रहा है उनके इतने इनकम के इकोनॉमिकल सोर्सेज उनके नहीं थे कि वो खुद ये जो व्हीकल्स हैं वो अफोर्ड कर सकें इसमें। सो फर्दर इसमें इन्वेस्टिगेशन जारी है। एक चीज़ मैं दोबारा क्लियर करना चाहूँगा कि अमृतपाल सिंह अभी फरार है, पुलिस पूरे एफर्ट कर रही है उसको अरेस्ट करने के लिए। देखिए ये जो ये वाला पार्ट है ना जी, ये इन्हें आप डिस्कलोज नहीं, पर साड़ी जी पूरा एजेंसी स्पैशलाइज्ड विंग्स आ इस काम ते लगे आ, सारे नाल ही कोऑर्डिनेट किया जा रहा है, जिस नाल भी जरूरत है उस नाल कोऑर्डिनेट ਉਹ ਬਾਜਵਾ ਜੀ ਉਹੀ ਹੁਣ ਜਦੋਂ ਤਫਤੀਸ਼ ਕਰਾਂਗੇ ਨਾ ਜੀ ਉਹਦੇ ਚ ਆਏਗਾ, ਪਰ ਉਹਦਾ ਪ੍ਰਾਇਮਰੀ ਜਿਹੜੇ देखो AKF ਉਹਨਾਂ ਜਗ੍ਹਾ ਤੇ ਯੂਜ਼ ਕੀਤਾ ਗਿਆ ਹੈ ਜਿੱਥੇ ਜਿੱਥੇ ਆਰਮਡ ਕੰਪੋਨੈਂਟ ਸੀ, ਜਿੱਦਾਂ BP ਜੈਕਟ ਤੇ ਯੂਜ਼ ਕੀਤਾ ਗਿਆ ਹੈ, ਰਾਈਫਲਸ ਤੇ ਯੂਜ਼ ਕੀਤਾ ਗਿਆ ਹੈ। तो सानू ये सस्पिशन है कि ਜਿਹੜੇ क्लोज एसोसीएट ਸੀਗੇ ਜਿਨ੍ਹਾਂ ਦੇ ਕੋਲੇ ਵੈਪਨ ਸੀਗੇ ਉਹਨਾਂ ਨੂੰ ਇਹ ਨਾਮ ਦਿੱਤਾ ਗਿਆ ਹੈ ਅਨੰਦਪੁਰ ਖਾਲਸਾ ਫੌਜ। ਸੋ ਇਸ ਚੀਜ਼ ਨੂੰ ਹੁਣ ਫਰਦਰ ਜਦੋਂ ਇਨਵੈਸਟੀਗੇਸ਼ਨ ਹੋਏਗੀ ਹੋਰ ਤੱਥ ਇਹਦੇ ਵਿੱਚ ਸਾਹਮਣੇ ਆਉਣਗੇ। लगभग 50 से लेकर 100 गाड़ियां हैं उस दिन अमृतपाल के पीछे थी सर, ऑल ऑफ अ सडन जिस तरह से वीडियोस आ रहे हैं, कैसे अमृतपाल फरार हो गया? नहीं, वो देखो स्पॉट पे एफर्ट किया गया है क्योंकि एक्सपेक्टेड नहीं था जिस तरह की उसकी स्पीचेस थी, तो पुलिस को ये एक्सपेक्टेड था कि जैसे ही पुलिस अरेस्ट करना चाहेगी वो अरेस्ट हो जाएगा। सो कई बार वो ऑन दी स्पॉट जो ऑफिसर्स हैं जो उनसे बेस्ट हो सका उन्होंने किया उस पर। खबर आई है कि अमृतपाल सिंह से लगाया गया या लगाया जा सकता, इसके बारे थोड़ा क्लियर कर दो कि ਕਿਹੜੇ केस बनाए। देखो केस में ਤੁਹਾਨੂੰ ਦੱਸ ਦਿੱਤੇ ਜੀ 6 ਕੇਸ ਦਰਜ ਹੋਏ ਆ, ਉਹਦੇ ਵਿੱਚ 6 ਕੇਸਿਸ ਦੇ ਵਿੱਚ ਡਿਸਹਾਰਮਨੀ ਅਮੰਗ ਕਲਾਸਿਸ ਦਾ ਕੇਸ ਹੈ, 2 ਕੇਸਿਸ ਆ ਅਟੈਂਪਟ ਟੂ ਮਰਡਰ ਦੇ ਕੇਸ ਆ, ਪੁਲਿਸ ਪਰਸਨਲ ਤੇ ਅਟੈਕ ਦੇ ਕੇਸ ਆ,
ਪੁਲਿਸ ਪਰਸਨਲ ਦੇ ਕੰਮ ਦੇ ਵਿੱਚ obstruction ਦੇ ਕੇਸ ਆ। ਸੋ NSA ਜਿਹੜਾ NSA ਹੁੰਦਾ ਹੈ ਜੀ, ਜਿਹਦੇ ਕੋਲੋਂ ਥ੍ਰੈਟ ਹੋਵੇ ਸਿਕਿਉਰਿਟੀ ਆਫ ਸਟੇਟ ਨੂੰ ਡਿਸਟਰਬ ਕਰਨ ਦਾ ਜਾਂ ਪਬਲਿਕ ਹਾਰਮਨੀ ਨੂੰ ਡਿਸਟਰਬ ਕਰਨ ਦਾ, ਉਹਨੂੰ ਤੱਥਾਂ ਦੇ ਆਧਾਰ ਦੇ ਉੱਤੇ ਲਗਾਇਆ ਜਾ ਸਕਦਾ, ਜਿਹੜਾ ਕਿ ਇਸ ਕੇਸ ਦੇ ਵਿੱਚ ਲਗਾਇਆ ਗਿਆ। ਉਹੀ मैं कह रहा जी, वो NSA ਦੇ ਡੈਟੇ ਨਿਊਜ਼ है, NSA के तहत भेजा गया। जी बिल्कुल लगाया गया जी इसमें। देखो प्रोविजन ਇਹਦੇ ਵਿੱਚ ਸੈਕਸ਼ਨ 5 ਦੇ ਵਿੱਚ ਪ੍ਰੋਵੀਜ਼ਨ ਹੁੰਦੀ ਆ ਟੂ ਮੇਨਟੇਨ ਪੀਸ ਪਬਲਿਕ ਹਾਰਮਨੀ, ਸਟੇਟ ਟੂ ਸਟੇਟ ਕਿਸੇ ਨੂੰ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਵਾ ਵਿਦ ਦੀ ਕੰਸੈਂਟ ਆਫ ਦੀ ਅਦਰ ਸਟੇਟ। ਸੋ ਉਹ ਇਹਦੇ ਵਿੱਚ ਇਨਵੋਕ ਕੀਤਾ ਗਿਆ ਵਾ ਐਂਡ ਇਟ ਇਜ਼ ਟੋਟਲੀ ਲੀਗਲ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤਾ ਗਿਆ। ਜੀ ਬਿल्कुल लगा देता हूँ। जी कितने राउंड पे लगाया इसको NSA लगाया गया है, तो उसको अगर पकड़ा गया तो फिर इसको भी असम में भेजा जाएगा या कहीं और? नहीं वो डिसीजन अभी मैं इस चीज के बारे में डिस्क्लोज नहीं कर सकता हूँ। नहीं ਜਿਹੜਾ ਐਕਟ ਹੁੰਦਾ ਨਾ ਜੀ, ਉਹ 1-to-1 ਬੇਸਿਸ ਤੇ ਉਹਦਾ ਪੂਰਾ ਰਿਕਾਰਡ ਚੈੱਕ ਕਰਕੇ ਉਹਦੇ ਬੇਸ ਤੇ ਲਗਾਇਆ ਜਾਂਦਾ। ਸੋ ਜਿਹੜੇ 4 ਡੈਟੀ ਨਿਊਜ਼ ਨੇ ਉਹਨਾਂ ਦੇ ਉੱਤੇ ਲਗਾਇਆ ਗਿਆ ਹੈ, 5ਵਾਂ ਜਿਹੜਾ ਔਨ ਦੀ ਵੇ ਉਹਦੇ ਉੱਤੇ ਲਗਾਇਆ ਗਿਆ। ਸੋ ਇਹ 1-to-1 ਬੇਸਿਸ ਤੇ ਐਗਜ਼ਾਮਿਨ ਕਰਕੇ ਹੁੰਦਾ। ਸੋ ਫਾਰ 5 ਲੋਕਾਂ ਤੇ ਸੋ ਫਾਰ नहीं ਉਹਦੇ ਬਾਰੇ ਮੈਂ ਟਿੱਪਣੀ ਨਹੀਂ ਦੇ ਸਕਦਾ ਜੀ, ਉਹਦੇ ਬਾਰੇ ਮੈਂ ਟਿੱਪਣੀ ਨਹੀਂ। 5 ਬੰਦਿਆਂ ਦੇ ਉੱਤੇ ਜੀ, 5 ਬੰਦਿਆਂ ਦੇ ਉੱਤੇ, ਇੱਕ ਜਿਹੜਾ ਔਨ ਦੀ ਵੇ ਆ ਜਿਹੜਾ। देखो ये अजे ਇਹਦੇ ਬਾਰੇ ਕੋਈ ਮੈਨੂੰ ਨਹੀਂ ਪਤਾ ਹੈਗਾ, ਨਾ ਕੋਈ ਟਿੱਪਣੀ ਦਿੱਤੀ ਜਾ ਸਕਦੀ ਆ। ISI ਦੀ ਗੱਲ ਕੀਤੀ, ਫੰਡਿੰਗ ਦੀ ਗੱਲ ਕੀਤੀ, ਹੁਣ ਤੱਕ ਦੀ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਚੀਜ਼ਾਂ ਸਾਹਮਣੇ ਆਈ? ਦੇਖੋ ਕਈ ਚੀਜ਼ਾਂ ਆਈਆਂ, ਜਿਸ ਤਰ੍ਹਾਂ ਗੱਡੀਆਂ ਜਿਹੜੀਆਂ ਵਹੀਕਲਸ ਇਹਦੇ ਵਿੱਚ ਨੇ, ਜਿੱਦਾਂ 3 ਐਂਡੇਵਰ ਸੀਗੀਆਂ, ਆਈਸੂਜੂ ਵਹੀਕਲ ਸੀਗਾ, ਮਰਸੀਡੀਜ਼ ਸੀਗੀਆਂ, ਜਿਨ੍ਹਾਂ ਬੰਦਿਆਂ ਦੇ ਨਾਮ ਤੇ ਉਹ ਵਹੀਕਲਸ ਹੈਗੇ ਆ, ਉਹਨਾਂ ਦੇ ਕੋਲੇ ਇੰਨੇ ਇਨਕਮ ਦੇ ਸੋਰਸਿਸ ਨਹੀਂ ਹੈਗੇ ਕਿ ਉਹ ਇਦਾਂ ਦੇ ਵਹੀਕਲ ਅਫੋਰਡ ਕਰ ਸਕਣ। ਸੋ ਇੱਕ ਤਾਂ ਅਸੀਂ ਉਹਦੇ ਵਹੀਕਲਸ ਦੀ ਫੰਡਿੰਗ ਚੈੱਕ ਕਰ ਰਹੇ ਹਾਂ, ਕਿੱਥੋਂ ਹੋਈ, ਕਿੱਦਾਂ ਪਰਚੇਜ਼ ਹੋਏ। ਦੂਸਰਾ ਜਿਹੜਾ ਅਮਾਊਂਟ ਆ, ਉਹ ਜਿਸ ਤਰ੍ਹਾਂ ਮੈਂ ਦੱਸਿਆ ਕਿ ਛੋਟਾ ਅਮਾਊਂਟ ਆਇਆ ਹੈ ਅਲੱਗ-ਅਲੱਗ ਥਾਵਾਂ ਤੋਂ, ਅਲੱਗ-ਅਲੱਗ ਜਗ੍ਹਾ ਤੋਂ, ਬਟ ਉਹ ਮਿਲ ਕੇ ਕਾਫੀ ਅਮਾਊਂਟ ਹੋ ਗਿਆ। ਉਹ ਪਰਟੀਕੁਲਰ ਕਿੰਨਾ ਅਮਾਊਂਟ ਸੀ, ਕਿੱਥੋਂ ਆਇਆ, ਉਹ ਚੀਜ਼ ਨੂੰ ਵੈਰੀਫਾਈ ਅਜੇ ਕੀਤਾ ਜਾ ਰਿਹਾ ਹੈ। ਸਰ ਕਾਟਰੇਜ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਕਾਟਰੇਜ ਉਹ ਕਾਫੀ ਉਹਦੇ ਚ ਮਿਲੇ, ਤੇ ਉਹਨੂੰ ਲੈ ਕੇ ਵੀ ਕੁਝ ਪਾਰਟਿਕੂਲਰ ਇੱਕ ਪ੍ਰੋਟੋਕਾਲ ਹੁੰਦਾ ਹੈ ਪ੍ਰਸ਼ਾਸਨ ਜਾਂ ਪੁਲਿਸ ਦਾ ਕਿ ਕਿੰਨੇ ਕਾਟਰੇਜ ਜਿਹੜੇ ਹੈਗੇ ਉਹਨੂੰ ਦੇਣੇ। ਲੇਕਿਨ ਇੱਕ ਜਿਹੜਾ ਬਿਆਨ ਹੈ, ਦੇਖੋ ਜਿਹੜਾ ਜੋ ਹੁਣ ਤੱਕ ਇਲੀਗਲ ਇਹਦੇ ਵਿੱਚ ਆਇਆ ਹੈ ਕਿ ਜਿਹੜੇ ਵੈਪਨਸ ਆ, ਕਾਰਟ੍ਰਿਜਸ ਆ, ਉਹਨਾਂ ਨੂੰ ਵੀ ਕਸਟਡੀ 'ਚ ਲਿਆ ਹੈ, ਉਹ 'ਚ FIR ਵੀ ਦਰਜ ਹੋਈ ਆ। ਫਰਦਰ ਉਹਨਾਂ ਦੀ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ, ਕਿੱਥੋਂ ਆਏ ਆ, ਉਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਆ ਜਾਏਗਾ ਫਰਦਰ। ਨਹੀਂ ਇਹਦੇ ਬਾਰੇ ਮੈਂ ਅਜੇ ਕੁਝ ਨਹੀਂ ਕਹਿ ਸਕਦਾ। ਕਿਸੇ ਪਾਰਟਿਕੂਲਰ ਜਥੇਬੰਦੀ ਨਾਲ ਐਸੋਸੀਏਸ਼ਨ ਆ ਨਹੀਂ ਆ, ਉਹ ਇਨਵੈਸਟੀਗੇਸ਼ਨ ਹੋਏਗੀ ਫਿਰ ਹੀ ਪਤਾ ਚੱਲੇਗਾ। वो तो वी आर सेइंग इट वेरी कैटेगोरिकली कि आज तक अमृतपाल हमारी कस्टडी में नहीं है। जो फैक्ट्स हैं वो हम ऑनरेबल हाई कोर्ट में प्रेजेंट करेंगे। जो आज तक की स्थिति है, जो फैक्ट्स हैं वो हम देंगे। और हमने जो आज तक पंजाब पुलिस ने इस केस में किया है बिल्कुल लॉ के एम्बिट में किया है, बिल्कुल एज पर लॉ किया है। फर्दर जो भी कार्रवाई होगी, हर एक को राइट है अपना लीगल रेमेडी अवेल करने का। जो इसमें कार्रवाई होगी प्योरली एज पर लॉ एंड इन अकॉर्डेंस विद लॉ। देखो ये मैं स्पष्ट नहीं, जो जेड़े अरेस्ट होए आ 5 जने उन्होंने दे उत्ते लगाया है। फर्दर अगे ਤੁਹਾਨੂੰ जो होएगा फर्दर होएगा। मैं इस स्टेज ਤੇ मैं नहीं, मैं कह अपडेट करते रहांगे ਅੱਗੇ। मैं तदे कह रहा ना ये कोई चीज एंटीसिपेशन ਤੇ नहीं हो सकती। ਜਦੋਂ ਅਰੈਸਟ ਹੋਏਗਾ ਜੋ ਫੈਕਟਸ ਹੋਣਗੇ ਉਹ ਤੁਹਾਨੂੰ ਇਮੀਡੀਏਟਲੀ ਦੱਸ ਦਿੱਤਾ ਜਾਏਗਾ, ਲਾਈਕਲੀ ਲਗਾਇਆ ਜਾਏਗਾ। ਜੀ ਮੇਰੀ ਗੱਲ ਸਮਝੋ ਜੀ, ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਆ 5 ਉਹਨਾਂ ਤੇ ਲਗਾਇਆ ਹੈ,
ਜਿਹੜੇ ਅਰੈਸਟ ਹੋਣੇ ਆ ਉਹਨਾਂ ਚੋਂ ਤੱਥਾਂ ਦੇ ਆਧਾਰਿਤ ਲਗਾਇਆ ਜਾਏਗਾ। ਜਿਹੜਾ ਤੁਹਾਡਾ ਸਪੈਸੀਫਿਕ ਕੁਐਸਚਨ ਆ ਕਿ ਉਹ ਹੈਗਾ ਕਿ ਲਗਾਇਆ ਜਾ ਸਕਦਾ ਹੈ। ਹਾਂਜੀ देखो जो मैं तो कह रहा हूं कि लगाया जा सकता है। जब अरेस्ट हो जाएगा जो बाकी फैक्ट्स हैं वो आपको क्लियर कर दिए जाएंगे। हाँ जी ਸਸਪੈਂਡ ਕਰ ਦਿੱਤੇ ਗਏ ਨੇ। ਵਾਟ ਇਜ਼ ਦਾ ਕ੍ਰਾਈਟੇਰੀਆ? ਉਹਦੇ ਤੇ ਮੈਂ ਟਿੱਪਣੀ ਨਹੀਂ ਨਵਜੀਵਨ ਜੀ ਜਿਨ੍ਹਾਂ ਦੇ ਅਕਾਊਂਟ ਸਸਪੈਂਡ ਹੋਏ ਨੇ, ਵਾਟ ਇਜ਼ ਦ ਰੀਜ਼ਨ? ਉਹਦੇ ਤੇ ਮੈਂ ਨਹੀਂ ਦੇਖੋ ਟਿੱਪਣੀ ਦੇ ਸਕਦਾ। ਉਹ ਤਾਂ ਇੱਕ ਹੋਲਿਸਟਿਕ ਇਸ਼ੂ ਆ। मेजॉरिटी जर्नलिस्ट ऑफ पंजाब से ऑलमोस्ट 75 जर्नलिस्ट उनके जो अकाउंट विदहेल्ड किए गए हैं, सर क्यों विदहेल्ड किए गए? ਮੇਰੇ ਐਸਾ ਚ ਮੇਰੇ ਕੋਲ ਪੂਰੀ ਡਿਟੇਲਸ ਨਹੀਂ ਹੈਗੀਆਂ, ਸੋ ਇਸ ਚੀਜ਼ ਤੇ ਮੈਂ ਨਹੀਂ ਕਮੈਂਟ ਕੋਈ ਕਰ ਸਕਦਾ। ਦੇਖੋ ਬੰਦ ਕੀਤਾ ਗਿਆ ਵਾ ਮੇਨਲੀ ਪਬਲਿਕ ਆਰਡਰ ਮੇਨਟੇਨ ਕਰਨ ਵਾਸਤੇ। ਸੋ ਇਹ ਕਾਲ ਤਾਂ ਟਾਈਮ ਟੂ ਟਾਈਮ ਬੇਸਿਸ ਦੇ ਉੱਤੇ ਐਗਜ਼ਾਮਿਨ ਕਰਕੇ ਹੀ ਲਈ ਜਾ ਸਕਦੀ ਹੈ। ਸੋ ਫਾਰ ਬੰਦ ਆ। ਫਰਦਰ ਜੋ ਐਜ਼ ਪਰ ਸਿਚੁਏਸ਼ਨ ਕਾਲ ਲਈ ਜਾਏਗੀ ਕਿ ਕੀ ਦੇਖੋ ਇਹ ਐਂਟੀਸਪੇਸ਼ਨ ਚ ਹੁੰਦਾ ਹੈ ਕਿਉਂਕਿ ਲਾਅ ਐਂਡ ਆਰਡਰ ਪਬਲਿਕ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਬਹੁਤ ਸਾਰੇ ਸਟੈਪਸ ਜ਼ਰੂਰੀ ਹੁੰਦੇ ਆ। ਸੋ ਇਹ ਉਹਦਾ ਇੱਕ ਪਾਰਟ ਆ। ਫਰਦਰ ਅੱਗੇ ਅਸੈਸਮੈਂਟ ਹੋਏਗੀ ਜਿਸ ਸਟੇਜ ਤੇ ਲੱਗੇਗਾ ਕਿ ਹੁਣ ਠੀਕ ਆ ਉਦੋਂ ਓਪਨ ਕਰ ਦਿੱਤਾ ਉਹ ਤਾਂ ਲੋਕਲ ਪੁਲਿਸ ਉਹਨਾਂ ਨੂੰ ਡੀਲ ਕਰ ਰਹੀ ਹੈ ਜੀ, ਉਹਨਾਂ ਨਾਲ ਗੱਲਬਾਤ ਕਰ ਰਹੀ ਆ। ਜੋ ਨੈਗੋਸੀਏਸ਼ਨ ਦੇ ਵਿੱਚ ਕੋਈ ਨਾ ਕੋਈ ਹੱਲ ਨਿਕਲ ਆਏਗਾ। नहीं देखो जब तक मैं कह रहा हूं, मैं वही कह रहा हूं जैसे कल है, कल हमने पूरा स्पष्ट कर दिया था कि अब तक अरेस्ट नहीं हुआ है। तो जब तक हमारी तरफ से देखो रात को जैसे कई लोगों के फोन आए कि हैज ही बीन अरेस्टेड, तो जब तक नहीं अरेस्ट हुआ, जब तक हम मतलब अगर जैसे ही अरेस्ट होगा वी विल कम आउट के भी हमें अरेस्ट करेंगे, ठीक है ना? वो हम करते रहेंगे आपको, वी विल कीप ऑन अपडेटिंग। लग गया जी उन्होंने। सर हम ये कह रहे हैं कि सर अगर आप बाइट नहीं दे सकते तो एटलीस्ट जो सर आप सोशल मीडिया पर डाल रहे होते हो अपडेट उसमें एक बार डाल दीजिए कि भैया नहीं मेरी देखो हम लोग जैसे जो आपकी क्वेरी है नॉर्मली हम रिस्पॉन्ड कर देते हैं। तो यू कैन ऑलवेज सेंड मी ए टेक्स्ट मैसेज। जिसको अरेस्ट जब तक नहीं हुआ, जब हम नहीं कह रहे इसका मतलब अब तक नहीं हुआ अरेस्ट। मैं कह रहा हूं जी ये अभी स्टेज पे नहीं कहा जा सकता। ये असेस करते हुए देखो इस पे देखो टाइमलाइन कभी फिक्स नहीं की जा सकती। नहीं पुलिस अपना जो पूरा एफर्ट है कर रही है और हमने 114 लोग हैं उनको कस्टडी में लिया। पूरी स्टेट में शांति है। बाकी जो हमारी असेसमेंट है जो सर्विसेज कब देनी है क्या करना है वो हम असेस करके वो वी विल ओपन। देखो राठी जी पूरी सारा ऑपरेशन ਦੀਆਂ ਨਿਟੀਗ੍ਰਿਟੀਜ਼ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਬਟ ਪ੍ਰੋਪਰ ਸਾਡੀ ਸਾਰਿਆਂ ਨਾਲ ਕੋਆਰਡੀਨੇਸ਼ਨ ਆ। ਕਿਸੇ ਸਟੇਟ ਦੀ ਹੈਲਪ ਚਾਹੀਦੀ ਹੈ ਉਹਦੇ ਨਾਲ ਵੀ ਪ੍ਰੋਪਰ ਕੋਆਰਡੀਨੇਸ਼ਨ ਆ। ਸੈਂਟਰਲ ਦੀ ਕੋਈ ਏਜੰਸੀ ਦੀ ਹੈਲਪ ਚਾਹੀਦੀ ਹੈ ਤਾਂ ਪ੍ਰੋਪਰ ਸਾਰਿਆਂ ਨਾਲ ਇਨ ਟੈਂਡਮ ਕੰਮ ਕੀਤਾ ਜਾ ਰਿਹਾ ਹੈ। ਮੈਂ ਕਹਿ ਰਿਹਾ ਜਿੱਥੇ ਪੁਲਿਸ ਨੂੰ ਦੇਖੋ ਪੰਜਾਬ ਪੁਲਿਸ ਜਿਹੜੀ ਆ ਉਹਨੂੰ ਸਾਡਾ ਮੇਨ ਕੰਮ ਕੀ ਆ ਕਿ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਪਬਲਿਕ ਪੀਸ ਨੂੰ ਮੇਨਟੇਨ ਕਰਨਾ ਹੈ। ਔਰ ਇਸ ਇਸ਼ੂ ਦੇ ਉੱਤੇ ਇਸ ਮੈਂ ਉਹੀ ਗੱਲ ਕਰ ਰਿਹਾ ਜੀ, ਇਸ ਇਸ਼ੂ ਦੇ ਉੱਤੇ ਜਿਹਦੀ ਵੀ ਹੈਲਪ ਸਾਨੂੰ ਚਾਹੀਦੀ ਆ ਅਸੀਂ ਉਸ ਤੋਂ ਡਿਮਾਂਡ ਕਰ ਰਹੇ ਹਾਂ ਔਰ ਸਾਨੂੰ ਸਾਰਿਆਂ ਦੇ ਵੱਲੋਂ ਅਸਿਸਟੈਂਸ ਜਿਹੜੀ ਆ ਫੁੱਲ ਮਿਲ ਰਹੀ ਹੈ। मैं कह रहा असेस करके ही है जी, टाइम टू टाइम बेसिस पे। मैं कह रहा हूँ कहीं भी हमें कहीं से भी किसी की भी हेल्प चाहिए, सबके साथ हम इन टच हैं। बट मैं वो किसी एक पुलिस या एक संस्था उसके बारे में डिस्क्लोज नहीं कर सकता हूँ। हमने सबको लिया है लूप में। देखो एग्जैक्ट अमाउंट मैं वही कह रहा एग्जैक्ट अमाउंट एडी जल्दी मैं डिस्क्लोज नहीं कर सकता पर जेडे एंगल्स आ मैं तुहानू सारे दस दिते कि जेड़ा फंड्स आए आ
ਉਹ ਛੋਟੇ ਅਮਾਉਂਟ 'ਚ ਵੀ ਆਏ ਆ, ਬਹੁਤ ਸਾਰੇ ਆਏ ਆ, ਵਹੀਕਲਸ ਦੇ ਸੋਰਸਿਸ ਚੈੱਕ ਕੀਤੇ ਜਾ ਰਹੇ ਆ। ਸੋ ਪ੍ਰਾਈਮ ਆਫਿਸਾਈ ਸਫੀਸ਼ੀਐਂਟ ਐਵੀਡੈਂਸ ਆ ਕਿ ਆਪਣੇ ਸੋਰਸਿਸ ਤੋਂ ਕੁਝ ਵੀ ਨਹੀਂ ਲਿਆ ਗਿਆ। अजय एस स्टेज पे कुछ नहीं कहा जा सकता। इस स्टेज पे मैं कह रहा हूँ, एस स्टेज पे अभी कुछ नहीं कहा जा सकता। वो तो टू मेंटेन पब्लिक ऑर्डर किसी को कहीं भी भेज सकते हैं। दैट इज विद इन द एम्बिट ऑफ लॉ। यूके ਤੇ यूएस ਐਮਬੈਸੀ ਇੰਡੀਅਨ ਐਮਬੈਸੀ ਦੇ ਵਿਚਕਾਰ ਤਿਰੰਗੇ ਦਾ ਅਪਮਾਨ ਕੀਤਾ, ਖਾਲਿਸਤਾਨ ਸਮਰਥਕ ਉੱਥੇ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਹੋਏ ਨੇ, ਉਸ ਨੂੰ ਦੇਖ ਕੇ ਦੇਖੋ ਸਾਡਾ ਉਹਦੇ ਨਾਲ ਲਿੰਕ ਨਹੀਂ। ਸਾਡੀ ਸਟੇਟ 'ਚ ਪੀਸ ਮੇਨਟੇਨ ਕਰਨਾ ਸਾਡਾ ਕੰਮ ਆ। ਪੰਜਾਬ ਦੇ ਵਿੱਚ ਸ਼ਾਂਤੀ ਨੂੰ ਮੇਨਟੇਨ ਕਰਨਾ ਸਾਡਾ ਕੰਮ ਆ। ਉਹਦੇ ਲਈ ਅਸੀਂ ਵਚਨਬੱਧ ਆ ਜੀ। ਦੇਖੋ ਪ੍ਰੋਵੀਜ਼ਨਸ ਤਾਂ ਤੁਸੀਂ ਪੜ੍ਹ ਲੈਣਾ। ਪ੍ਰੋਵੀਜ਼ਨਸ ਦੇ ਵਿੱਚ ਇਹ ਹੁੰਦਾ ਹੈ ਕਿ ਇੱਕ ਐਡਵਾਈਜ਼ਰੀ ਬੋਰਡ ਹੁੰਦਾ ਹੈ। 3 ਹਫ਼ਤੇ ਦੇ ਵਿੱਚ ਐਡਵਾਈਜ਼ਰੀ ਬੋਰਡ ਦੇ ਕੋਲੇ ਰਿਪੋਰਟ ਜਾਣੀ ਹੁੰਦੀ ਆ। 3 ਮਹੀਨੇ ਦੇ ਪੀਰੀਅਡ ਤੇ ਐਕਸਟੈਂਡ ਕੀਤਾ ਜਾ ਸਕਦਾ ਹੈ। ਮੈਕਸਿਮਮ ਪੀਰੀਅਡ 1 ਸਾਲ ਦਾ ਹੁੰਦਾ ਹੈ ਇਹਦੇ ਵਿੱਚ। ਸੋ ਜੋ ਪ੍ਰੋਸੀਜਰ ਆ, ਪ੍ਰੋਪਰ ਪ੍ਰੋਸੀਜਰ ਇਹਦੇ ਵਿੱਚ ਫੋਲੋ ਕੀਤਾ ਜਾ ਰਿਹਾ ਵਾ। ਇਹਦੇ ਵਿੱਚ ਕੋਈ ਰਿਮਾਂਡ ਦੀ ਲੋੜ ਨਹੀਂ ਹੁੰਦੀ ਜੀ। ਇਹਦੇ ਵਿੱਚ ਡਿਟੇਨ ਕਰਕੇ 3 ਹਫ਼ਤੇ ਦੇ ਵਿੱਚ